ਤ੍ਰੈ ਮਾਮਾ ਕਵਿਤਾ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ। ਤੇ ਤ੍ਰੈ ਮਾਮਾ ਕਵਿਤਾ ਹੈ ਜੋ ਧਨੀ ਰਾਮ ਚਾਤ੍ਰਿਕ ਦੀ ਰਚਨਾ ਹੈ। ਪ੍ਰਸੰਗ ਇਹ ਕਾਵਿ ਟੋਟਾ ਕਾਵਿਆਨਾਦ ਕਾਵਿ ਸੰਗ੍ਰਹਿ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ਤ੍ਰੈ ਮਾਮਾ ਵਿੱਚੋਂ ਲਿਆ ਗਿਆ ਹੈ। ਵੀ ਪ੍ਰਸੰਗ ਵਿੱਚ ਪੁਸਤਕ ਦਾ ਨਾਮ ਕਾਵਿਆਨਾਦ, ਕਵੀ ਦਾ ਨਾਮ ਧਨੀ ਰਾਮ ਚਾਤ੍ਰਿਕ ਤੇ ਫਿਰ ਕਵਿਤਾ ਦਾ ਨਾਮ, ਇਹ ਤਿੰਨੇ ਲਿਖਣੇ ਹਨ। ਇਸ ਕਵਿਤਾ ਵਿੱਚ ਕਵੀ ਨੇ ਕੀ ਦੱਸਿਆ ਕਿ ਉਸ ਦੀਆਂ 3 ਮਾਵਾਂ ਹਨ। ਜਿਵੇਂ ਕਿ ਕਵਿਤਾ ਦਾ ਨਾਮ ਹੈ ਤ੍ਰੈ ਮਾਮਾ, ਉਸਨੇ 3 ਮਾਵਾਂ ਦੱਸੀਆਂ ਹਨ ਆਪਣੀ। ਇੱਕ ਮਾਂ ਜਨਮ ਦੇਣ ਵਾਲੀ ਹੈ, ਦੂਸਰੀ ਮਾਤਾ ਭਾਰਤ ਮਾਂ ਹੈ, ਤੀਸਰੀ ਮਾਂ ਉਸਦੀ ਪੰਜਾਬੀ ਬੋਲੀ ਹੈ। ਤੀਸਰੀ ਮਾਂ ਪੰਜਾਬੀ ਬੋਲੀ ਨੂੰ ਕਿਹਾ ਹੈ ਉਸਨੇ। ਪਹਿਲੀ ਮਾਤਾ ਲਕਸ਼ਮੀ ਦੇਵੀ, ਜਿਸਨੇ ਜਣ ਕੇ ਅਕਲ ਸਿਖਾਈ, ਯਾਨੀ ਕਿ ਉਸਦੀ ਪਹਿਲੀ ਮਾਤਾ ਉਸਨੂੰ ਜਨਮ ਦੇਣ ਵਾਲੀ ਲਕਸ਼ਮੀ ਦੇਵੀ ਜਿਸ ਦਾ ਨਾਮ ਹੈ, ਜਿਸਨੇ ਉਸਨੂੰ ਜਨਮ ਦਿੱਤਾ ਹੈ ਤੇ ਉਸਨੂੰ ਅਕਲ ਸਿਖਾਈ ਹੈ। ਪੜ ਗੁੜ ਜੋਬਨ ਮਾਣ ਜਵਾਨੀ, ਉਮਰਾਂ 36 ਸਾਲ ਹੰਢਾਈ। ਤੇ ਉਸਨੇ ਕੀ ਹੈ, ਉਸਦੇ ਕੋਲ ਉਸਦੀ ਮਾਂ ਲਕਸ਼ਮੀ ਦੇਵੀ ਕੋਲ ਪੜ੍ਹ ਲਿਖ ਕੇ ਜਵਾਨੀ ਮਾਣ ਕੇ ਉਸਨੇ 36 ਸਾਲ ਹੰਢਾਏ ਹਨ, 36 ਸਾਲ ਹੋ ਗਏ ਹਨ। ਉਸੇ ਦੀਆਂ ਆਸੀਸਾਂ ਲੈ ਲੈ ਭਲਿਆ ਲੋਕਾਂ ਦੀ ਛੂਹ ਪਾਈ। ਤੇ ਉਸ ਦੀਆਂ ਆਸੀਸਾਂ ਨਾਲ ਉਸਨੇ ਭਲੇ ਲੋਕਾਂ ਨਾਲ ਰਿਸ਼ਤੇਦਾਰੀ ਨਿਭਾਈ ਹੈ, ਭਲੇ ਲੋਕਾਂ ਦੀ ਉਸਨੂੰ ਛੂਹ ਮਿਲੀ ਹੈ। ਸੁਰਗੀ ਵਾਸਾ ਹੋਵੇ ਸ਼ਾਲਾ, ਮਨੁੱਖਤਾ ਜਿਸ ਪਾਸੋਂ ਪਾਈ। ਕਵੀ ਕਹਿੰਦਾ ਹੈ ਕਿ ਰੱਬ ਕਰੇ ਉਸ ਮਾਤਾ ਦਾ ਸਵਰਗ ਵਿੱਚ ਵਾਸ ਹੋਵੇ ਜਿਸ ਨੇ ਮੈਨੂੰ ਮਨੁੱਖਤਾ ਸਿਖਾਈ ਹੈ। ਲਕਸ਼ਮੀ ਦੇਵੀ ਬਾਰੇ ਕਹਿੰਦਾ ਹੈ ਜੋ ਉਸਦੀ ਪਹਿਲੀ ਮਾਂ ਹੈ, ਉਸਨੂੰ ਜਨਮ ਦੇਣ ਵਾਲੀ ਹੈ, ਕਿ ਉਸਦਾ ਸਵਰਗ ਵਿੱਚ ਵਾਸ ਹੋਵੇ। ਦੂਜੀ ਅੰਮਾ ਭਾਰਤ ਮਾਤਾ ਜਿਸ ਦੀ ਮਿੱਟੀ ਮੈਨੂੰ ਜਣਿਆ। ਕਵੀ ਆਪਣੀ ਇਹਨਾਂ ਲਾਈਨਾਂ ਵਿੱਚ ਕਹਿੰਦਾ ਹੈ ਕਿ ਉਸਦੀ ਦੂਸਰੀ ਮਾਤਾ ਭਾਰਤ ਮਾਤਾ ਹੈ ਜਿਸ ਦੀ ਮਿੱਟੀ ਨੇ ਉਸਨੂੰ ਜਨਮ ਦਿੱਤਾ ਹੈ। ਉਸਦੀ ਭਗਤੀ ਕਰਦਾ ਕਰਦਾ ਮੈਂ ਪੰਜਾਬੀ ਸ਼ਾਇਰ ਬਣਿਆ। ਤੇ ਭਾਰਤ ਮਾਤਾ ਦੀ ਭਗਤੀ ਕਰਦਾ ਕਰਦਾ ਉਹ ਪੰਜਾਬੀ ਦਾ ਸ਼ਾਇਰ, ਪੰਜਾਬੀ ਦਾ ਕਵੀ ਬਣ ਗਿਆ। ਏਕੇ ਤੇ ਇਤਫਾਕ ਕਰਾਂਦਿਆਂ ਸਾਰੀ ਉਮਰ ਬੀਤ ਗਈ ਮੇਰੀ। ਇਤਫਾਕ ਕੀ ਹੈ, ਏਕਤਾ, ਕਿ ਉਸਦੀ ਉਮਰ ਭਾਰਤ ਵਿੱਚ ਏਕਤਾ ਕਾਇਮ ਕਰਨ ਦੇ ਯਤਨ ਕਰਦਿਆਂ ਉਸਦੀ ਸਾਰੀ ਉਮਰ ਬੀਤ ਗਈ। ਉਹ ਕੀ ਲੋਕਾਂ ਵਿੱਚ ਏਕਾ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ ਤੇ ਇਸ ਵਿੱਚ ਉਸਦੀ ਸਾਰੀ ਉਮਰ ਬੀਤ ਗਈ। ਊੜਕ ਦੁੱਧ ਵਿੱਚ ਕਾਂਜੀ ਪਾ ਗਿਆ ਪਾਕਿਸਤਾਨ ਇਤਫਾ ਛਣਿਆ। ਇਤਫਾ ਯਾਨੀ ਕਿ ਫਸਾਦ, ਉਪੰਦਰ। ਤੇ ਕੀ ਹੈ, ਪਾਕਿਸਤਾਨ ਨੇ ਦੁੱਧ ਵਿੱਚ ਕਾਂਜੀ ਪਾਉਣ ਦਾ ਕੰਮ ਕਰਿਆ ਹੈ। ਪਾਕਿਸਤਾਨ ਨੇ ਕੀ ਝਗੜੇ ਦਾ, ਪਾਕਿਸਤਾਨ ਜੋ ਹੈ ਝਗੜੇ ਦੀ ਜੜ ਹੈ ਤੇ ਉਸਨੇ ਦੁੱਧ ਵਿੱਚ ਕਾਂਜੀ ਪਾਉਣ ਦਾ ਕੰਮ ਕੀਤਾ ਹੈ। ਤੇ ਕੀ ਹੈ, ਭਾਰਤ ਵਿੱਚ ਫਸਾਦ ਜੋ ਹੁੰਦੇ ਹਨ, ਝਗੜੇ ਹੁੰਦੇ ਹਨ ਤੇ ਇਸ ਵਿੱਚ ਪਾਕਿਸਤਾਨ ਦਾ ਚੰਗਾ ਹੱਥ ਹੈ, ਉਸਦਾ ਕੀ ਹੈ ਮੇਨ ਹੱਥ ਹੈ। ਇਸ ਕਰਕੇ ਭਾਰਤ ਵਿੱਚ ਏਕਤਾ ਕਾਇਮ ਨਹੀਂ ਹੋ ਰਹੀ। ਤੀਜੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ। ਕਵੀ ਕਹਿੰਦਾ ਹੈ ਕਿ ਉਸਦੀ ਤੀਸਰੀ ਮਾਂ ਪੰਜਾਬੀ ਬੋਲੀ ਹੈ ਜੋ ਉਸਨੇ ਬਚਪਨ ਵਿੱਚ ਆਪਣੀ ਮਾਂ ਤੋਂ ਸਿੱਖੀ ਹੈ। ਧੋਤੀ ਮਾਂਜੀ ਪਹਿਨੀ ਪਚਰੀ, ਨਜ਼ਰ ਨਸਰ ਬੋਲੀ ਤੇ ਲਿਖੀ। ਕਵੀ ਕਹਿੰਦਾ ਹੈ ਕਿ ਇਸ ਬੋਲੀ ਵਿੱਚ ਉਸਨੇ ਧੋਤੀ ਮਾਂਜੀ ਪਹਿਨੀ ਪਚਰੀ ਕਵਿਤਾ ਤੇ ਵਾਰਤਕ ਲਿਖਣੀ ਤੇ ਪੜ੍ਹਨੀ ਸਿੱਖੀ। ਯਾਨੀ ਕਿ ਉਸਨੇ ਆਪਣੇ ਮਾਂ ਪਾਸੋਂ ਪੰਜਾਬੀ ਬੋਲੀ ਸਿੱਖੀ ਤੇ ਉਸ ਵਿੱਚ ਉਸਨੇ ਕਵਿਤਾ ਤੇ ਵਾਰਤਕ ਲਿਖਣੀ ਤੇ ਪੜ੍ਹਨੀ ਸਿੱਖੀ। ਮਤਰੇਈਆਂ ਨੂੰ ਪਰੇ ਹਟਾ ਕੇ ਪਟਰਾਣੀ ਨੂੰ ਤਖਤ ਬਿਠਾਇਆ। ਮਤਰੇਈਆਂ ਮਾਵਾਂ ਦੂਸਰੀਆਂ ਜੋ ਭਾਸ਼ਾਵਾਂ ਹਨ, ਉਰਦੂ ਹਿੰਦੀ, ਉਹਨਾਂ ਨੂੰ ਕਿਹਾ ਹੈ। ਪਟਰਾਣੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਿਹਾ ਹੈ। ਹੁਣ ਤਾਂ ਪੰਜਾਬ ਵਿੱਚ ਹਿੰਦੀ ਤੇ ਉਰਦੂ ਵਰਗੀਆਂ ਮਤਰੇਈਆਂ ਮਾਵਾਂ ਨੂੰ ਲਾਂਭੇ ਕਰਕੇ ਇਸ ਪਟਰਾਣੀ ਨੂੰ ਤਖਤ ਉੱਤੇ ਬਿਠਾਇਆ ਗਿਆ ਹੈ। ਭਾਵ ਕਿ ਮਾਂ ਬੋਲੀ ਪੰਜਾਬੀ ਨੂੰ ਦਰਜਾ ਮਿਲ ਗਿਆ ਹੈ, ਮਾਤਰ ਭਾਸ਼ਾ ਬਣ ਗਈ ਹੈ ਉਹ। ਇਹੋ ਜਿਹੀ ਮਨੋਹਰ ਮਿੱਠੀ ਹਰ ਕੋਈ ਬੋਲੀ ਨਹੀਂ ਡਿੱਠੀ। ਤੇ ਕਵੀ ਦਾ ਅਨੁਭਵ ਹੈ ਕਿ ਇਹੋ ਜਿਹੀ ਮਨੋਹਰ ਤੇ ਮਿੱਠੀ ਬੋਲੀ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਤ੍ਰੈ ਮਾਵਾਂ ਦਾ ਵੀ ਸੰਖੇਪ ਸਾਰ ਤਾਂ ਇਹੀ ਵਿਚਾਰ ਹੈ ਇਹਦੇ ਵਿੱਚ ਜੋ ਆਪਾਂ ਨੇ ਪ੍ਰਸੰਗ ਸਾਹਿਤ ਵਿਆਖਿਆ ਵਿੱਚ ਕਰੇ ਹਨ। ਕੇਂਦਰੀ ਭਾਵ ਕੀ ਹੈ,
ਕਵੀ ਆਪਣੀਆਂ 3 ਮਾਵਾਂ ਮੰਨਦਾ ਹੈ। ਪਹਿਲੀ ਮਾਂ ਉਹ ਹੈ ਜਿਸ ਨੇ ਉਸਨੂੰ ਜਨਮ ਦਿੱਤਾ, ਉਸਦੀ ਦੂਜੀ ਮਾਂ ਭਾਰਤ ਮਾਤਾ ਹੈ ਅਤੇ ਤੀਜੀ ਮਾਂ ਉਸਨੇ ਪੰਜਾਬੀ ਬੋਲੀ ਨੂੰ ਕਿਹਾ ਹੈ। ਵਸਤੂਨਿਸ਼ਟ ਪ੍ਰਸ਼ਨ। ਲੇਖਕ ਦੀ ਪਹਿਲੀ ਮਾਤਾ ਦਾ ਕੀ ਨਾਮ ਹੈ? ਲਕਸ਼ਮੀ ਦੇਵੀ। ਕਵੀ ਪਹਿਲੀ ਮਾਤਾ ਕਿਸ ਨੂੰ ਕਹਿੰਦਾ ਹੈ? ਜਿਸ ਨੇ ਜਨਮ ਦਿੱਤਾ, ਪਾਲਿਆ। ਲਕਸ਼ਮੀ ਦੇਵੀ ਨੂੰ ਉਸਨੇ ਪਹਿਲੀ ਮਾਂ ਕਿਹਾ ਹੈ। ਕਵੀ ਦੂਜੀ ਮਾਂ ਕਿਸ ਨੂੰ ਕਹਿੰਦਾ ਹੈ? ਭਾਰਤ ਮਾਤਾ ਨੂੰ। ਕਿਸ ਦੀ ਭਗਤੀ ਕਰਦਾ ਕਵੀ ਪੰਜਾਬੀ ਸ਼ਾਇਰ ਬਣਿਆ? ਭਾਰਤ ਮਾਤਾ ਦੀ। ਕਵੀ ਫਿਤਨਾ ਕਿਸ ਨੂੰ ਆਖਦਾ ਹੈ? ਪਾਕਿਸਤਾਨ ਨੂੰ। ਕਵੀ ਤੀਜੀ ਮਾਂ ਕਿਸ ਨੂੰ ਮੰਨਦਾ ਹੈ? ਪੰਜਾਬੀ ਬੋਲੀ ਨੂੰ। ਪੰਜਾਬੀ ਭਾਸ਼ਾ ਨੂੰ ਤੀਜੀ ਮਾਂ ਦਾ ਰੁਤਬਾ ਕਿਸ ਕਵੀ ਦੀ ਰਚਨਾ ਵਿੱਚ ਦਿੱਤਾ ਗਿਆ? ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਤ੍ਰੈ ਮਾਵਾਂ ਵਿੱਚ ਤੀਜੀ ਮਾਂ ਦਾ ਦਰਜਾ ਦਿੱਤਾ ਹੈ ਪੰਜਾਬੀ ਬੋਲੀ ਨੂੰ। ਕਵੀ ਨੇ ਕਿਸ ਬੋਲੀ ਵਿੱਚ ਜਨਮ, ਨਜ਼ਮ ਯਾਨੀ ਕਿ ਕਵਿਤਾ ਅਤੇ ਵਾਰਤਕ ਲਿਖਣੀ ਅਤੇ ਪੜ੍ਹਨੀ ਸਿੱਖੀ ਸੀ? ਪੰਜਾਬੀ ਵਿੱਚ। ਕਵੀ ਅਨੁਸਾਰ ਕਿਸ ਨੂੰ ਪਟਰਾਣੀ ਬਣਾ ਕੇ ਤਖਤ ਬਿਠਾਇਆ ਗਿਆ? ਪੰਜਾਬੀ ਨੂੰ। ਕਵੀ ਨੂੰ ਮਨੋਹਰ ਤੇ ਮਿੱਠੀ ਬੋਲੀ ਕਿਹੜੀ ਲੱਗਦੀ ਹੈ? ਪੰਜਾਬੀ।